सत श्री अकाल दोस्तों, मैं प्रगट सिंह भुल्लर लगातार ਤੁਹਾਡੇ ਵੱਲੋਂ ਮਿਲ ਰਹੇ ਪਿਆਰ ਤੇ ਉਤਸ਼ਾਹ ਦੇ ਸਦਕਾ ਮੈਂ ਤੁਹਾਡੇ ਨਾਲ ਨਿਤ ਨਵੀਆਂ ਜਾਣਕਾਰੀਆਂ ਸਾਂਝੀਆਂ ਕਰਦਾ ਹਾਂ ਜੀ। ਮੁੱਖ ਮੰਤਵ ਇਹੀ ਹੈ ਜੀ, ਆਪਾਂ ਝੋਨੇ ਤੇ ਜਿਹੜਾ ਫਾਲਤੂ ਦਾ ਖਰਚਾ ਕਰ ਰਹੇ ਹਾਂ, ਬੇਲੋੜੀਂਦਾ ਖਰਚਾ ਕਰ ਰਹੇ ਹਾਂ, ਜਿਹਦੇ ਕਰਕੇ ਆਪਣੀ ਝੋਨੇ ਤੋਂ ਹੋਣ ਵਾਲੀ ਆਮਦਨ ਪ੍ਰਭਾਵਿਤ ਹੋ ਰਹੀ ਹੈ, ਉਸ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ, ਕਿਸ ਤਰ੍ਹਾਂ ਘਟਾਇਆ ਜਾਵੇ ਤੇ ਲੋੜ ਦੇ ਖਰਚਿਆਂ ਨਾਲ ਹੀ ਆਪਾਂ ਆਪਣੇ ਝੋਨੇ ਦੀ ਫਸਲ ਤੋਂ ਪੂਰਨ ਲਾਭ ਕਿਸ ਤਰ੍ਹਾਂ ਲੈ ਸਕਦੇ ਹਾਂ ਜੀ। ਕਾफ़ी प्यार दे रहे हो, काफ़ी सवाल भी आ रहे हैं वीडियोज़ ਦੇ ਵਿੱਚ, ਕਾफ़ी ਕਮੈਂਟ ਆ ਰਹੇ ਨੇ। ਉਹਨਾਂ ਵਿੱਚੋਂ ਇੱਕ ਹੋਰ ਕਮੈਂਟ ਜਿਹਦੇ ਤੇ ਆਧਾਰਿਤ ਅੱਜ ਮੇਰੀ ਵੀਡੀਓ ਹੈਗੀ ਜੀ, ਉਹ ਹੈਗੇ ਜੀ ਗੋਬ ਦੀ ਸੁੰਡੀ, ਜਿਹਨੂੰ ਆਪਾਂ ਯੈਲੋ ਸਟੈਮ ਬੋਰਰ ਵੀ ਬੋਲਦੇ ਆ। ਵੈਸੇ ਤਾਂ ਇਹਨੂੰ ਸੁੰਡੀ ਕਹਿਣਾ ਸਹੀ ਨਹੀਂ ਹੋਏਗਾ, ਕਿਉਂਕਿ ਇਹ ਵੀ ਇੱਕ ਪਤੰਗਾ ਹੀ ਹੁੰਦਾ, ਜਿਸ ਤਰ੍ਹਾਂ ਪੱਤਾ ਲਪੇਟ ਸੁੰਡੀ ਦਾ ਪਤੰਗਾ ਹੁੰਦਾ ਜੀ। ਸੇਮ ਉਸੇ ਤਰ੍ਹਾਂ ਇਹਦੀਆਂ ਸਟੇਜਸ ਹੁੰਦੀਆਂ ਨੇ, 4 ਸਟੇਜਸ ਹੁੰਦੀਆਂ ਨੇ। ਪਤੰਗੇ ਤੋਂ ਆਂਡੇ ਨਿਕਲਦੇ ਆ, ਆਂਡਿਆਂ ਤੋਂ ਫਿਰ ਇਹ ਸੁੰਡੀ ਬਣਦਾ ਹੈ, ਸੁੰਡੀ ਤੋਂ ਬਾਅਦ ਫਿਰ ਇਹ ਪਤੰਗਾ ਬਣਦਾ। ਪਰ ਇੱਥੇ ਇੱਕ ਨੋਟ ਕਰਨ ਵਾਲੀ ਗੱਲ ਹੈ ਜੀ, ਜਿਹੜਾ ਇਹਦਾ ਜੀਵਨ ਚੱਕਰ ਹੈਗਾ ਹੈ ਇਸ ਸੁੰਡੀ ਦਾ ਤੇ ਪੱਤਾ ਲਪੇਟ ਸੁੰਡੀ ਦਾ, ਉਹਦੇ ਵਿੱਚ ਕਾफ़ੀ ਜ਼ਿਆਦਾ ਅੰਤਰ ਹੈ। ਅੰਤਰ ਇਸ ਤਰ੍ਹਾਂ ਜੀ, ਜਿਹੜੀ ਪੱਤਾ ਲਪੇਟ ਸੁੰਡੀ ਹੈ ਉਹਦਾ ਜਿਹੜਾ ਜੀਵਨ ਚੱਕਰ 3 ਤੋਂ ਲੈ ਕੇ 5 ਹਫ਼ਤਿਆਂ ਦਾ, ਪਰ ਇਹਦਾ ਜੀਵਨ ਚੱਕਰ ਜਿਹੜਾ ਹੈਗਾ ਉਹ 5 ਤੋਂ ਲੈ ਕੇ 7 ਹਫ਼ਤਿਆਂ ਦਾ। ਮਤਲਬ ਕਿ ਇਹ ਲੰਮੇ ਸਮੇਂ ਤੱਕ ਵੀ ਜਿਹੜਾ ਆਪਣਾ ਝੋਨੇ ਦਾ ਨੁਕਸਾਨ ਕਰ ਸਕਦੀ ਹੈ। ਪਰ ਕਈ ਸਵਾਲ ਮੈਨੂੰ ਇੱਦਾਂ ਦੇ ਆਏ ਨੇ ਜਿਨ੍ਹਾਂ ਦਾ ਮੈਂ ਬਹੁਤ ਜ਼ਿਆਦਾ ਜ਼ਰੂਰੀ ਜਵਾਬ ਦੇਣਾ ਸਮਝ ਰਿਹਾ ਇਸ ਵੀਡੀਓ ਦੇ ਰਾਹੀਂ। ਉਸ ਤੋਂ ਪਹਿਲਾਂ ਇੱਕ ਮੈਂ ਬੜੀ ਅਹਿਮ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜੀ ਕਿ ਕੋਈ ਵੀ ਫੰਗਸ ਜਾਂ ਕੋਈ ਵੀ ਇਨਸੈਕਟ ਕਦੋਂ ਹਮਲਾ ਕਰਦਾ ਹੈ, ਇਹ ਮੈਂ ਥੋੜ੍ਹਾ ਜਿਹਾ ਇਨਕਲੂਡ ਕਰਨਾ ਭੁੱਲ ਗਿਆ ਸੀਗਾ ਆਪਣੀ ਪਿਛਲੀ ਵੀਡੀਓ ਦੇ ਵਿੱਚ, ਉਸ ਚੀਜ਼ ਨੂੰ ਇਨਕਲੂਡ ਕਰ ਰਿਹਾ ਜੀ। ਸਭ ਤੋਂ ਪਹਿਲਾਂ ਕੋਈ ਵੀ ਇਨਸੈਕਟ ਜਾਂ ਫੰਗਸ ਆਪਣੇ ਆਮ ਹਾਲਾਤਾਂ ਦੇ ਵਿੱਚ ਆਪਣੀ ਫਸਲ 'ਤੇ ਹਮਲਾ ਕਰਦਾ ਜੀ। ਉਹਨਾਂ ਹਾਲਾਤਾਂ ਵਿੱਚ ਉਸ ਨੂੰ ਕਾਬੂ ਕਰਨਾ ਬਹੁਤ ਆਸਾਨ ਹੁੰਦਾ ਜੇ ਆਪਾਂ ਉਸ ਦਾ ਆਸਾਨੀ ਨਾਲ ਪਤਾ ਲਾ ਲੈਂਦੇ ਹਾਂ ਤਾਂ। ਪਰ ਦੂਸਰੀ ਹਾਲਤ ਕੀ ਹੈ ਜੀ, ਸਾਡਾ ਮੌਸਮ। ਅਗਰ ਮੌਸਮ ਸਾਡਾ ਜਿਹੜਾ ਜਿਵੇਂ ਕਿ ਸਾਫ਼ ਨਹੀਂ ਹੈਗਾ, ਬੱਦਲਵਾਈ ਆ, ਜਾਂ ਇਹ ਮੈਂ ਕਹਿ ਲਵਾਂ ਕਿ ਜੇ ਮੌਸਮ ਇਨਸੈਕਟ ਦੇ ਵਾਧੇ ਦੇ ਅਨੁਕੂਲ ਹੋ ਜਾਂਦਾ ਤਾਂ ਇਹਨਾਂ ਦਾ ਜਿਹੜਾ ਹਮਲਾ ਆ ਆਮ ਹਾਲਾਤਾਂ ਨਾਲੋਂ ਦੁੱਗਣਾ ਹੋ ਜਾਂਦਾ ਤੇ ਫਸਲ ਕਰੀਬ ਪੂਰੀ ਜਿਹੜੀ ਹੈਗੀ ਉਹ ਬਰਬਾਦ ਹੋ ਜਾਂਦੀ ਹੈ। ਕਿਉਂਕਿ ਇੱਕ ਆਈਡੀਅਲ ਟੈਂਪਰੇਚਰ ਹੁੰਦਾ ਜੀ ਇਨਸੈਕਟ ਦੇ ਲਈ ਵੀ ਤੇ ਫੰਗਸ ਦੇ ਲਈ ਵੀ। ਅਗਰ ਤੁਹਾਡੇ ਦਿਨ ਦੇ ਟੈਂਪਰੇਚਰ ਤੇ ਰਾਤ ਦੇ ਟੈਂਪਰੇਚਰ ਦੇ ਵਿੱਚ 15 ਡਿਗਰੀ ਤੋਂ ਜ਼ਿਆਦਾ ਫਾਸਲਾ ਹੈ, ਜ਼ਿਆਦਾ ਡਿਫਰੈਂਸ ਹੈ, ਤਾਂ ਇਨਸੈਕਟ ਦਾ ਵਾਧਾ ਤੇ ਫੰਗਸ ਦਾ ਵਾਧਾ ਬਹੁਤ ਘੱਟ ਹੋਵੇਗਾ। ਅਗਰ ਇਹ ਟੈਂਪਰੇਚਰ ਦਾ ਜਿਹੜਾ ਡਿਫਰੈਂਸ ਹੈ, ਮਤਲਬ ਕਿ ਦਿਨ ਦਾ ਟੈਂਪਰੇਚਰ ਜਿਹੜਾ 35 ਤੋਂ 40 ਤੇ ਰਾਤ ਦਾ ਟੈਂਪਰੇਚਰ ਵੀ ਜਿਹੜਾ ਉਹ 30 ਤੋਂ 37 ਡਿਗਰੀ ਤੱਕ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹ ਬਹੁਤ ਜ਼ਿਆਦਾ ਨੁਕਸਾਨਦੇਹ ਐਟਮੋਸਫੇਅਰ ਬਣਦਾ ਜੀ, ਜਿਹੜਾ ਕਿ ਆਪਣੇ ਫੰਗਸ ਤੇ ਇਨਸੈਕਟ ਦੇ ਹਮਲੇ ਵਿੱਚ ਵਾਧਾ ਕਰਦਾ। ਖੈਰ, ਆਪਾਂ ਹੁਣੇ ਜੀ ਆਪਾਂ ਟੌਪਿਕ ਦੇ ਉੱਤੇ ਅੱਜ ਗੋਬ ਦੀ ਸੁੰਡੀ, ਜਿਹਨੂੰ ਆਪਾਂ ਯੈਲੋ ਸਟੋਮ ਬੋਰਰ ਬੋਲਦੇ ਹਾਂ, ਇਹਦੇ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜੀ। ਇਹਦਾ ਜਿਹੜਾ ਜੀਵਨ ਚੱਕਰ ਹੈ ਪੂਰਾ ਸਾਲ ਚੱਲਦਾ। ਪੂਰੇ ਸਾਲ ਦੇ ਵਿੱਚ ਕਰੀਬ 4 ਤੋਂ 5 ਪੁਸ਼ਤਾਂ ਇਹਦੀਆਂ ਪਲਦੀਆਂ ਨੇ, ਲਗਾਤਾਰ ਰੋਟੇਟ ਹੁੰਦੀਆਂ ਨੇ। ਆਮ ਹੀ ਆਪਣੇ ਕੋਲ ਇੱਕ ਸਵਾਲ ਹੁੰਦਾ ਜੀ, ਸਾਡੇ ਝੋਨੇ 'ਚ ਗੋਬ ਦੀ ਸੁੰਡੀ ਆਉਂਦੀ ਕਿੱਥੋਂ ਹੈ? ਇਹ ਸੁੰਡੀ ਨਹੀਂ ਗਈ ਜੀ, ਇਹ ਵੀ ਪੱਤਾ ਲਪੇਟ ਸੁੰਡੀ ਦੀ ਤਰ੍ਹਾਂ ਪਤੰਗਾ ਹੀ ਹੈਗਾ ਹੈ, ਜਿਹੜਾ ਕਿ ਪਤੰਗੇ ਦੇ ਰੂਪ ਵਿੱਚ ਉੱਡ ਕੇ ਪਰਾਂ ਚਲੇ ਜਾਂਦਾ ਹੈ। ਜਦੋਂ ਇਹਨੂੰ ਢੁਕਵਾਂ ਸਮਾਂ ਮਿਲਦਾ ਹੈ, ਉਹ ਆਪਣੀ ਫਸਲ 'ਤੇ ਅਟੈਕ ਕਰਦਾ ਹੈ। ਨਵੰਬਰ ਤੋਂ ਲੈ ਕੇ ਮਾਰਚ ਤੱਕ ਦਾ ਜਿਹੜਾ ਸਮਾਂ ਇਹ ਸੁੰਡੀ ਆ ਜਿਹੜੀ, ਉਹ ਘਾਹ ਫੂਸ ਦੇ ਵਿੱਚ ਜਾਂ ਬਾਕੀ ਰੁੱਖਾਂ ਦੇ ਨਾਲ ਜਾਂ ਬਾਕੀ ਜਿੱਥੇ ਵੀ ਉਹਨੂੰ ਢੁਕਵੀਆਂ ਥਾਵਾਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਰਹਿ ਕੇ ਗੁਜ਼ਾਰਦੀ ਹੈ, ਕਿਉਂਕਿ ਇਹ ਠੰਡ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਇਹਨੂੰ ਥੋੜ੍ਹੀ ਜਿਹੀ ਗਰਮੈਸ਼ ਦਾ ਆਸਰਾ ਲੈਣਾ ਪੈਂਦਾ। ਇਸ ਤੋਂ ਬਾਅਦ ਜਿਉਂ ਹੀ ਇਹਦੇ ਅਨੁਕੂਲ ਵਾਤਾਵਰਨ ਹੁੰਦਾ ਹੈ, ਇਹ ਸੁੰਡੀ ਦੁਬਾਰਾ ਕਿਰਿਆਸ਼ੀਲ ਹੋ ਜਾਂਦੀ ਹੈ, ਪਤੰਗਾ ਬਣਦੀ ਹੈ। ਪਤੰਗਾ ਬਣਨ ਤੋਂ ਬਾਅਦ ਇਹਦੇ ਜਿਹੜੇ ਪਤੰਗੇ ਨੇ ਉਹ ਆਪਣੇ ਝੋਨੇ ਦੇ ਉੱਤੇ ਜਾਂ ਬਾਕੀ ਜਿੱਥੇ ਵੀ ਇਹਨੂੰ ਅਨੁਕੂਲ ਜਗ੍ਹਾ ਮਿਲਦੀ ਹੈ, ਘਾਹ ਚਰੀ ਜੋ ਵੀ ਇਹਨੂੰ ਅਨੁਕੂਲ ਜਗ੍ਹਾ ਮਿਲਦੀ ਆ, ਉਹਦੇ ਪੱਤਿਆਂ ਦੇ ਉੱਤੇ ਆਂਡੇ ਦਿੰਦੀ ਹੈ ਜੀ। ਅਤੇ ਇਹਦੇ ਆਂਡਿਆਂ ਦੀ ਜਿਹੜੀ ਸੰਖਿਆ ਹੈਗੀ ਹੈ 120 ਤੋਂ ਲੈ ਕੇ 150 ਹੈ। ਤੁਸੀਂ ਹੁਣ ਅੰਦਾਜ਼ਾ ਲਓ ਜੀ, ਇੱਕ ਪਤੰਗਾ 120 ਤੋਂ ਲੈ ਕੇ 150 ਸੁੰਡੀਆਂ ਤੱਕ ਨੂੰ ਪੈਦਾ ਕਰ ਸਕਦਾ ਹੈ। ਅਤੇ ਜੇ ਇਹ ਸੁੰਡੀਆਂ ਆਪਦਾ ਪੂਰਾ ਜੀਵਨ ਚੱਕਰ, ਜਿਹਨੂੰ ਕਿ ਆਪਾਂ ਬੋਲਦੇ ਹਾਂ, 6 ਤੋਂ 7 ਦਿਨ ਬਾਅਦ ਇਹ ਸੁੰਡੀਆਂ ਨਿਕਲ ਆਉਂਦੀਆਂ ਨੇ। 7ਵੇਂ ਦਿਨ ਤੋਂ ਸ਼ੁਰੂ ਹੋ ਕੇ ਇਹ ਸੁੰਡੀਆਂ ਜਿਹੜੀਆਂ ਹੈਗੀਆਂ ਨੇ ਗੋਬ ਦੇ ਵਿੱਚ ਇੰਟਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਗੋਬ ਨੂੰ ਖਾਣ ਤੋਂ ਬਾਅਦ 16 ਤੋਂ ਲੈ ਕੇ 27 ਦਿਨ ਤੱਕ ਦਾ ਇਹਨਾਂ ਦਾ ਉਹ ਚੱਕਰ ਹੁੰਦਾ ਹੈ ਗੋਬ ਖਾਣ ਦਾ। ਉਸ ਤੋਂ ਬਾਅਦ ਵਾਪਸ ਇੱਕ ਜਿਵੇਂ ਰੇਸ਼ਮ ਦਾ ਕੀੜਾ ਆਪਣੀ ਹੈਚ ਬਣਾਉਂਦਾ ਹੈ, ਕਵਚ ਬਣਾਉਂਦਾ ਹੈ, ਆਲਣਾ ਬਣਾਉਂਦਾ, ਉਸੇ ਤਰ੍ਹਾਂ ਇਹ ਵੀ ਸੁੰਡੀ ਆਪਣਾ ਆਲਣਾ ਬਣਾਉਂਦੀ ਹੈ, ਹੈਚ ਬਣਾਉਂਦੀ ਆ, ਉਹਦੇ ਵਿੱਚ ਵੜ ਜਾਂਦੀ ਹੈ ਅਤੇ ਰਸਤਾ ਛੱਡ ਲੈਂਦੀ ਪਹਿਲਾਂ ਤੋਂ ਹੀ ਬਾਹਰ ਨਿਕਲਣ ਦਾ। ਅਤੇ ਫਿਰ ਜਦੋਂ ਮਾਕੂਲ ਮੌਸਮ ਮਿਲਦਾ, ਪਤੰਗੇ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਰੋਕਥਾਮ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਇਹਦੀ ਨਿਸ਼ਾਨੀਆਂ ਦੀ ਗੱਲ ਕਰਨਾ ਚਾਹੁੰਦਾ ਜੀ। ਇਹਦੀਆਂ ਬਹੁਤੀਆਂ ਨਿਸ਼ਾਨੀਆਂ ਨਹੀਂ ਹੈਗੀਆਂ, ਇੱਕ ਸਿੰਪਲ ਜਿਹੀ ਨਿਸ਼ਾਨੀ ਹੈਗੀ ਆ ਕਿ ਜਿਹੜੀ ਆਪਣੀ ਗੋਬ ਆ ਉਹ ਸੁੱਕੀ ਹੋਏਗੀ।
ਉਹ ਗੋਭ ਦਾ ਜਿਹੜਾ ਪੱਤਾ ਹੈ ਉਹ ਸੁੱਕਾ ਨਿਕਲੇਗਾ ਤੇ ਇਹ ਬੜੀ ਇਹਦੀ ਇੱਕ ਆਮ ਜੀ ਨਿਸ਼ਾਨੀ ਹੈ। ਦੂਸਰਾ ਇਹਦਾ ਅਟੈਕ 2 ਵਾਰੀ ਵੀ ਹੋ ਸਕਦਾ। ਪਹਿਲਾ ਹੁਣ ਜਦੋਂ ਗੋਭ ਬਣਨੀ ਸ਼ੁਰੂ ਹੁੰਦੀ ਹੈ, ਦੂਸਰਾ ਜਦੋਂ ਆਪਣਾ ਜਿਹੜਾ ਛਿੱਟਾ ਹੈ ਉਹ ਨਸਾਰੇ ਦੇ ਵਿੱਚ ਆਉਣਾ ਸ਼ੁਰੂ ਹੁੰਦਾ। ਉਸ ਹਾਲਾਤ ਦੇ ਵਿੱਚ ਜਾ ਕੇ ਆਪਣੇ ਕੋਲੇ ਫਿਰ ਅੱਗੇ ਦੋ ਨਿਸ਼ਾਨੀਆਂ ਹੁੰਦੀਆਂ ਨੇ। ਜੇ ਤੇ ਇਹਦਾ ਗੋਭ ਬਣਨ ਦੇ ਸਮੇਂ ਅਟੈਕ ਹੋਵੇ ਤਾਂ ਜਿਹੜੀਆਂ ਸੁੱਕੀਆਂ ਗੋਭਾਂ ਨੇ ਜੇ ਉਹ ਨਾ ਨਿਕਲਣ ਤਾਂ ਫਿਰ ਜਿਹੜਾ ਹੈਗਾ ਉਹ ਛਿੱਟਾ ਪੈਂਦਾ ਹੀ ਨਹੀਂ। ਜੇ ਉਹ ਗੋਭਾਂ ਆਪਣੀਆਂ ਸੁੱਕੀਆਂ ਹੋਈਆਂ ਗੋਭਾਂ ਕਿਸੇ ਤਰੀਕੇ ਨਾਲ ਆਪਣੇ ਡੱਕੇ ਦੇ ਵਿੱਚੋਂ ਝੋਨੇ ਦੇ ਬੂਟੇ ਵਿੱਚੋਂ ਬਾਹਰ ਨਿਕਲ ਜਾਂਦੀਆਂ ਨੇ ਤੇ ਉੱਥੇ ਨਵੀਂ ਗੋਭ ਜਿਹੜੀ ਉਹ ਪੁੰਗਰ ਪੈਂਦੀ ਆ। ਪਰ ਜੇ ਇਹਦਾ ਅਟੈਕ ਗੋਭ ਦੇ ਕਾਫੀ ਹੱਦ ਤੱਕ ਵਿਕਸਿਤ ਹੋਣ ਤੋਂ ਬਾਅਦ, ਜਿਹਦੇ ਵਿੱਚ ਛਿੱਟਾ ਬਣਨਾ ਸ਼ੁਰੂ ਹੋ ਜਾਂਦਾ ਜਦੋਂ ਗੋਭ ਦੇ ਵਿੱਚ, ਉਦੋਂ ਹੋਵੇ ਤਾਂ ਜਿਹੜਾ ਛਿੱਟਾ ਨਿਕਲਦਾ ਚਿੱਟੇ ਰੰਗ ਦਾ ਨਿਕਲਦਾ, ਖਾਲੀ ਨਿਕਲਦਾ ਜੀ ਦਾਣਿਆਂ ਤੋਂ। ਤਾਂ ਹੁਣ ਇਹਦੇ ਰੋਕਥਾਮ ਦੀ ਗੱਲ ਕਰਦੇ ਹਾਂ ਜੀ। ਇਹਦੀ ਰੋਕਥਾਮ ਦੇ ਲਈ ਕੋਈ ਵੀ ਸਾਨੂੰ ਐਕਸਟਰਾ ਜ਼ਹਿਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੀ, ਕਿਉਂਕਿ ਜਿਹੜੀ ਫੇਮ, ਕੋਰਾਜਨ, ਮੋਟਰਾਰ ਜਾਂ ਹੋਰ ਬਾਕੀ ਦਵਾਈਆਂ ਜੋ ਵੀ ਅਸੀਂ ਪੱਤਾ ਲਪੇਟ ਲਈ ਯੂਜ਼ ਕਰ ਰਹੇ ਹਾਂ, ਉਹ ਸੇਮ ਦਵਾਈਆਂ ਇਹਦੇ 'ਤੇ ਵਰਕ ਕਰ ਜਾਂਦੀਆਂ ਨੇ। ਕਿਸੇ ਤਰ੍ਹਾਂ ਦਾ ਐਕਸਟਰਾ ਆਪਾਂ ਨੂੰ ਖਰਚਾ ਕਰਨ ਦੀ ਲੋੜ ਨਹੀਂ ਪੈਂਦੀ। ਹਾਂ, ਅਗਰ ਤੁਸੀਂ ਪੱਤਾ ਲਪੇਟ ਦੇ ਲਈ ਕੰਟੈਕਟ ਬੇਸਡ ਦਵਾਈਆਂ ਦੀ ਵਰਤੋਂ ਕਰਦੇ ਪਏ ਹੋ ਤਾਂ ਉਹ ਗੋਭ ਦੀ ਸੁੰਡੀ ਦੇ ਉੱਤੇ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਕਰਨਗੀਆਂ, ਕਿਉਂਕਿ ਕੰਟੈਕਟ ਬੇਸਡ ਦਵਾਈਆਂ ਉਦੋਂ ਹੀ ਕੰਮ ਕਰਦੀਆਂ ਜਦੋਂ ਇਨਸੈਕਟ ਉਹਨਾਂ ਦੇ ਡਾਇਰੈਕਟ ਕੰਟੈਕਟ ਦੇ ਵਿੱਚ ਆਉਂਦਾ ਹੈ। ਤਾਂ ਇਸ ਲਈ ਤੁਸੀਂ ਹਮੇਸ਼ਾ ਹੀ ਸਿਸਟੈਮਿਕ ਬੇਸਡ ਦਵਾਈਆਂ ਦੀ ਵਰਤੋਂ ਕਰਨੀ ਆ, ਜਿਹੜੀਆਂ ਬੂਟੇ ਦੇ ਵਿੱਚ ਰਚ ਕੇ ਉਸ ਤੋਂ ਬਾਅਦ ਸੁੰਡੀ ਨੂੰ ਮਾਰਦੀਆਂ ਨੇ। ਮਤਲਬ ਕਿ ਸਿਸਟੈਮਿਕ ਦਵਾਈ ਦਾ ਇੱਕ ਕੰਮ ਹੁੰਦਾ ਹੈ, ਪਰ ਉਹ 3-4 ਦਿਨ ਦਾ ਟਾਈਮ ਲੈ ਜਾਂਦੀ ਆ ਪੂਰਾ ਕੰਮ ਕਰਨ ਦੇ ਵਿੱਚ। ਸਭ ਤੋਂ ਪਹਿਲਾਂ ਬੂਟੇ ਵਿੱਚ ਰਚਦੀ ਹੈ, ਉਸ ਤੋਂ ਬਾਅਦ ਜਦੋਂ ਉਸ ਬੂਟੇ ਦਾ ਮਾਦਾ ਕੋਈ ਸੁੰਡੀ ਜਾਂ ਕੋਈ ਕੀਟ ਖਾਂਦਾ ਹੈ ਤਾਂ ਉਹਦੀ ਪਾਚਨ ਜਿਹੜੀ ਆ ਕਿਰਿਆ ਖਰਾਬ ਹੋਣ ਤੋਂ ਬਾਅਦ, ਪਾਚਨ ਵਿਵਸਥਾ ਜਿਹੜੀ ਕੀੜੇ ਦੀ ਖਤਮ ਹੋਣ ਤੋਂ ਬਾਅਦ, ਉਹ ਕੀੜਾ ਆਪਣੇ ਆਪ ਹੀ ਭੁੱਖ ਦੇ ਨਾਲ ਹੀ ਮਰ ਜਾਂਦਾ ਹੈ। ਤਾਂ ਇਸ ਲਈ ਤੁਸੀਂ ਸਿਸਟੈਮਿਕ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨੀ ਹੈ, ਕਿਉਂਕਿ ਕੰਟੈਕਟ ਬੇਸਡ ਦਵਾਈਆਂ ਦਾ ਇੱਕ ਸਭ ਤੋਂ ਵੱਡਾ ਨੁਕਸਾਨ ਇਹ ਵੀ ਹੈਗਾ ਜੀ, ਜਿਹੜੀਆਂ ਕੰਟੈਕਟ ਬੇਸਡ ਦਵਾਈਆਂ ਆਪਣੇ ਮਿੱਤਰ ਕੀੜਿਆਂ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ। ਕਿਉਂਕਿ ਜੇ ਆਪਣੀ ਫਸਲ ਦੇ ਵਿੱਚ ਆਪਣੇ ਮਿੱਤਰ ਕੀੜਿਆਂ ਦੀ ਭਰਮਾਰ ਬਹੁਤ ਵਧੀਆ ਹੈ, ਉਹਦੀ ਮਾਤਰਾ ਬਹੁਤ ਵਧੀਆ ਹੈ, ਕਰੀਬ 20 ਤੋਂ 25% ਤੱਕ ਹਮਲਾ ਆਪਣੇ ਮਿੱਤਰ ਕੀੜੇ ਹੀ ਰੋਕਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਇਸ ਲਈ ਕੰਟੈਕਟ ਬੇਸਡ ਦਵਾਈਆਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਜੀ। ਜਿਹੜੀ ਗੋਭ ਦੀ ਸੁੰਡੀ ਹੈ, ਸੇਮ ਉਹਦਾ ਇਲਾਜ ਪਦਾਨ ਹੋ ਗਈ, ਕੋਰਾਜਨ ਹੋ ਗਈ, ਫੇਮ ਹੋ ਗਈ, ਮੋਟਰਾਰ ਹੋ ਗਈ, ਇਹ 3-4 ਦਵਾਈਆਂ ਬੜੇ ਆਸਾਨੀ ਨਾਲ ਤੁਸੀਂ ਵਰਤ ਸਕਦੇ ਹੋ ਤੇ ਬਹੁਤ ਜ਼ਿਆਦਾ ਸ਼ਾਨਦਾਰ ਤੇ ਵਧੀਆ ਰਿਜ਼ਲਟ ਹੈ। ਕੋਈ ਐਕਸਟਰਾ ਇੱਥੇ ਖਰਚਾ ਕਰਨ ਦੀ ਲੋੜ ਨਹੀਂ। ਹਾਂ, ਇੱਕ ਹੋਰ ਇਹਤਿਆਤ ਵਰਤਣੀ ਹੈ ਜੀ। ਜਦੋਂ ਪਦਾਨ ਤੁਸੀਂ ਆਪਣੇ ਪੈਲੀ ਦੇ ਵਿੱਚ ਪਾ ਰਹੇ ਹੋ, ਪਲੀਜ਼ ਕਿਰਪਾ ਕਰਕੇ ਤੁਸੀਂ ਉਦੋਂ ਉਹਦੇ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਨਾਈਟ੍ਰੋਜਨ ਖਾਦ ਦੀ ਵਰਤੋਂ ਨਹੀਂ ਕਰਨੀ ਗੀ। ਸਿਰਫ 5 ਜਾਂ 7 ਕਿਲੋ ਲਓ ਤਾਂ ਕਿ ਆਸਾਨੀ ਨਾਲ ਛਿੱਟਾ ਆ ਸਕੇ। ਐਕਸੀਡ ਮਾਤਰਾ ਦੇ ਵਿੱਚ, ਬੇਲੋੜੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਦੀ ਵਰਤੋਂ ਨਾ ਕਰੋ। ਉਹਦੇ ਨਾਲ ਤੁਹਾਡੇ ਇਸ ਪਦਾਨ ਦਾਣੇਦਾਰ ਜ਼ਹਿਰ ਦਾ ਅਸਰ ਘਟੇਗਾ, ਨਾ ਕਿ ਵਧੇਗਾ। ਸੋ ਇਸ ਜਾਣਕਾਰੀ ਨੂੰ ਮੈਕਸਿਮਮ ਸ਼ੇਅਰ ਕਰੋ ਤਾਂ ਕਿ ਜਿਹੜਾ ਆਪਣਾ ਨੁਕਸਾਨ ਹੋ ਰਿਹਾ ਆਪਣੀਆਂ ਫਸਲਾਂ ਦਾ, ਉਹ ਤੋਂ ਆਪਾਂ ਆਪਣਾ ਪੂਰਤੀ ਕਰ ਸਕੀਏ। ਥੈਂਕ ਯੂ ਜੀ।